गुरु रूप गुरु प्यारी साध संगत जी, सच्चे सतगुरु साहिब की हजूरी च बैठे हाँ। गुरु वालों बख्शी फतेह प्रवान करो। गज के आखो वाहेगुरु जी का खालसा वाहेगुरु जी की फतेह। देखो अज जदों असीं इत्थों निकले सी, दो समागम है रात दे, इस तो बाद असीं रमदास जाना है, पर हाजरी जरूरी है संगतां दे विच, क्योंकि संगतां दा जिहड़ा प्रेम है, जिवें भाई साहब ने गल कीती भी लीडर दगाबाज निकलदे ने। हुण देखो जिन्ना प्रेम तुसीं दिता है या जिन्ना प्रेम संगतां दे रही हैं, जे उस तो बाद भी असीं दगा करिए तो कसूर केवल साडे च है, तुहाडे च कोई कसूर नहीं। सो अज मैं जिहड़ी गल दी शुरुआत करनी है, जिहड़ा मसला मीडिया ते तुसीं भखिया सुन लिया होना है भी अमृतपाल सिंह ने जी किसी दे पैगंबर के खिलाफ कुछ बोलिया। देखो मैं तो जवाब दिते ने, जे कोई साडे गुरु ते टिप्पणी करूगा तो असीं फिर सच बोलांगे। सच कौड़ा हुंदा, सच तत्ता भी हुंदा, कौड़ा भी हुंदा, ते कईयां नूं सच पचदा नहीं। सवाल किया किसी ने भी साडा पैगंबर 3 दिनां बाद मर के जिउंदा हो गया, तुहाडा किहड़ा गुरु जिउंदा होया मर के? उन्हां नूं सिੱਖੀ दी थोड़ी बहुती भी जानकारी हुंदी भी गुरु अकाल रूप है, गुरु जन्म मरण दे गेड़ तो बाहर है। कदी सुनिया गुरु दा जन्म दिहाड़ा? गुरु दा प्रकाश दिहाड़ा हुंदा है। प्रकाश किहदा हुंदा है? जिहड़ा पहलां ही संसार ते मौजूद होवे, केवल प्रगट हो जावे। खालसा भी प्रगट होया है। गुरु गोबिंद सिंह महाराज दी की वरत्या जांदा है? प्रगटिओ मर्द अगमड़ा वरियाम अकेला, वाह वाह गोबिंद सिंह आपे गुरचेला। सो गुरु दा जन्म नहीं हुंदा, जिहदा जन्म नहीं हुंदा उहनूं मार कौन सकदा है? सो जिहड़ा गुरु प्रगट होया है, ते जे कोई अज पुछदा है तो उन्हां नूं मैं जवाब दिना है भी तुसीं अपना पैगंबर दिखाओ कित्थे है। साडा गुरु अज भी साडे च विराजमान है, ये तख्त ते बैठा है। साडा गुरु अज भी मालक है, दो जहान दा वाली है। सो इस करके जे सिखां नूं कोई इहो जिहे सवाल पुछण दी जुरत रखदे जो, ते फिर साडे सवाल जिहड़ा जवाब असीं देणे आ ਉਹ ਸੁਣਨ ਦਾ ਮਾਦਾ ਵੀ ਰੱਖਿਆ ਕਰੋ, ਕਿਉਂਕਿ ਜਦੋਂ ਅਸੀਂ ਜਵਾਬ ਦਿੰਦੇ ਆ ਫਿਰ ਤੁਸੀਂ ਪਰਚੇ ਕਰਾਉਣ ਤੁਰ ਪੈਂਦੇ ਜੋ। ਤੇ ਪਰਚਿਆਂ ਦੇ ਮੁਤਲਕ ਮੈਂ ਇੱਕ ਗੱਲ ਕਹਿ ਦਿਆਂ, ਅਸੀਂ ਨਾ ਤੇ ਪਰਚਿਆਂ ਤੋਂ ਡਰਦੇ ਆ ਤੇ ਨਾ ਹਕੂਮਤਾਂ ਤੋਂ ਡਰਦੇ ਆ। ਜੇ ਸੱਚ ਬੋਲਣ ਲਈ ਪਰਚੇ ਹੁੰਦੇ ਆ ਤੇ ਉਹ ਵੀ ਹੱਸ ਕੇ ਜਰਾਂਗੇ, ਜੇ ਸੱਚ ਬੋਲਣ ਲਈ ਬੰਦ ਕੱਟਿਆ ਜਾਂਦਾ ਉਹ ਵੀ ਕਟਾਵਾਂਗੇ। ਸੱਚ ਬੋਲਣ ਲਈ ਜੇ ਫਾਹੇ ਟੰਗਣਾ ਤੇ ਉਹ ਵੀ ਟੰਗ ਦਿਓ। ਇਹ ਕੋਈ ਪਹਿਲੀ ਵਾਰ ਸਿੱਖਾਂ ਨਾਲ ਨਹੀਂ ਹੋ ਰਿਹਾ। ਸਮੇਂ ਸਮੇਂ ਦੀ ਹਕੂਮਤ ਨੇ, ਸੱਚ ਬੋਲਣ ਵਾਲੇ ਲੋਕਾਂ ਨੇ ਕੁਛ ਕੀਤਾ। ਸੋ ਮੇਰੀ ਉਹਨਾਂ ਧਿਰਾਂ ਨੂੰ ਬੇਨਤੀ ਆ ਜਿਹੜੇ ਸਹਿਰਦ ਬੰਦੇ ਨੇ ਕੁਝ ਈਸਾਈਆਂ ਦੇ, ਵੀ ਆਪਣੇ ਬੰਦਿਆਂ ਨੂੰ ਨੱਥ ਪਾਓ। ਜੇ ਤੁਸੀਂ ਨੱਥ ਨਹੀਂ ਪਾਉਂਦੇ, ਜੇ ਉਹ ਤੁਹਾਡੀ ਨਹੀਂ ਸੁਣਦੇ ਫਿਰ ਸਾਨੂੰ ਦੱਸ ਦਿਓ, ਅਸੀਂ ਪਾ ਲਵਾਂਗੇ। ਪਰ ਇਹ ਗੱਲਾਂ ਬਾਰ-ਬਾਰ ਨਾ ਕਹੋ ਵੀ ਜੇ ਤੁਸੀਂ ਸਾਡੇ ਗੁਰੂਆਂ ਨੂੰ ਸ਼ੈਤਾਨ ਆਖਣਾ ਹੈ, ਗੁਰੂਆਂ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਆਖਣਾ ਹੈ, ਤੇ ਗੁਰੂ ਘਰ ਦੇ ਪ੍ਰਸ਼ਾਦ ਨੂੰ ਸਿੱਖਾਂ ਨੂੰ ਇਹ ਕਹਿ ਕੇ ਲੈਣ ਤੋਂ ਰੋਕਣਾ ਹੈ ਵੀ ਇਹ ਸ਼ੈਤਾਨ ਦਾ ਪ੍ਰਸ਼ਾਦ, ਇਹਨੂੰ ਭੋਗ ਲੱਗਾ ਹੈ, ਤੁਸੀਂ ਇਹ ਨਹੀਂ ਛਕਣਾ, ਲੰਗਰ ਨਹੀਂ ਛਕਣਾ। ਤੇ ਫਿਰ ਜਿਹੜੇ ਸਾਡੇ ਜਵਾਬ ਨੇ ਫਿਰ ਅਸੀਂ ਪਰਤਾਂ ਖੋਲਾਂਗੇ। ਤੁਹਾਨੂੰ ਚੰਗੀਆਂ ਨਹੀਂ ਲਖਲਾਰਾ ਪਾਉਣਾ, ਪਰ ਸਾਡੀ ਮਜਬੂਰੀ ਬਣ ਜਾਂਦੀ ਹੈ। ਗੁਰੂ ਦਾ ਨਰਾਦਰ ਅਸੀਂ ਸੁਣ ਕੇ ਜਰ ਨਹੀਂ ਸਕਦੇ। ਕੋਈ ਜਰ ਜਾਂਦਾ ਹੋਵੇ ਉਹਦੀ ਮੁਸ਼ਕਲ ਹੈ, ਸਾਡੇ ਕੋਲੋਂ ਇਹ ਔਖਾ ਹੈ। ਨੌਜਵਾਨਾਂ ਨੂੰ ਮੈਂ ਅਪੀਲ ਕਰਨੀ ਹੈ ਵੀ ਨੌਜਵਾਨੋ, ਕੌਮ ਦੇ ਉੱਤੇ ਬਹੁਤ ਭਾਰੀ ਵਿਪਤਾ ਪਈ ਹੈ ਤੇ ਪੈਣ ਵਾਲੀ ਹੈ। ਸਮੇਂ ਦੇ ਨਾਲ ਇਹ ਵਿਪਤਾ ਹੋਰ ਗੰਭੀਰ ਹੋਣੀ ਹੈ। ਸਮੇਂ ਦੇ ਨਾਲ ਸਾਡੇ ਤੇ ਹਕੂਮਤ ਦਾ ਤਸ਼ੱਦਦ ਵਧਣਾ ਹੈ। ਸਮੇਂ ਦੇ ਨਾਲ ਸਾਡੀ ਪ੍ਰੀਖਿਆ ਜਿਹੜੀ ਹੈ ਮਹਾਰਾਜ ਹੀ ਲੈ ਰਹੇ ਨੇ। ਪ੍ਰੀਖਿਆ ਹੋਰ ਕੋਈ ਨਹੀਂ ਲੈ ਸਕਦਾ, ਪਰ ਪ੍ਰੀਖਿਆ ਮਹਾਰਾਜ ਇਸ ਕਰਕੇ ਲੈ ਰਹੇ ਨੇ। ਗੁਰੂ ਸਾਹਿਬ ਦਾ ਬਚਨ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਦੋਂ ਅਸੀਂ ਵਿਪਰ ਦੀ ਰੀਤ ਤੁਰੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਨੇ ਪਿੱਠ ਕਰ ਲਈ ਹੈ ਸਾਡੇ ਵੱਲ, ਮੁੱਖ ਫੇਰ ਲਿਆ ਹੈ, ਉਦੋਂ ਤੋਂ ਖਵਾਰੀ ਚੱਲਣ ਡਏ ਆ। ਸੋ ਜਿਹੜੀ ਖਵਾਰੀ ਹੈ ਇਹ ਦੂਰ ਕਿਵੇਂ ਹੋਣੀ ਹੈ? ਪ੍ਰੀਖਿਆ ਚੋਂ ਲੰਘ ਕੇ। ਪ੍ਰੀਖਿਆ ਬਹੁਤ ਸਖਤ ਹੈ। ਇੱਥੇ ਸਾਨੂੰ ਤਸ਼ੱਦਦ ਵੀ ਝੱਲਣੇ ਪੈਣੇ ਨੇ, ਜੇਲ੍ਹਾਂ ਵੀ ਝੱਲਣੀਆਂ ਪੈਣੀਆਂ ਨੇ, ਸਾਡੇ ਮੁਕਾਬਲੇ ਵੀ ਬਣ ਸਕਦੇ ਨੇ, ਸਾਨੂੰ ਸਾਡਾ ਬੰਦ ਵੀ ਕੱਟਿਆ ਜਾ ਸਕਦਾ ਹੈ, ਸਾਡੇ ਨਾਲ ਬਹੁਤ ਕੁਝ ਹੋਣਾ ਹੈ। ਪਰ ਇਹ ਪ੍ਰੀਖਿਆ ਜੇ ਅਸੀਂ ਧਰਮ ਦੇ ਲੜ ਲੱਗ ਕੇ, ਗੁਰੂ ਦੇ ਲੜ ਲੱਗ ਕੇ, ਜੇ ਇਸ ਕਠਨ ਪ੍ਰੀਖਿਆ ਦੇ ਵਿੱਚ ਵੀ ਅਸੀਂ ਗੁਰੂ ਦੇ ਲੜ ਲੱਗੇ ਰਹੇ, ਤਾਂ ਹੀ ਖਾਲਸੇ ਦਾ ਰਾਜ ਆਉਣਾ ਹੈ, ਤਾਂ ਹੀ ਗੁਰੂ ਨੇ ਜਿਹੜੀ ਨਿਗਾਹ ਸਵੱਲੀ ਕਰਨੀ ਹੈ। ਫਿਰ ਉਹਨੇ ਗੁਰੂ ਨੇ ਜਿਹੜਾ ਉਹ ਬਚਨ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਉਹ ਜਿਹੜਾ ਪ੍ਰਤੱਖ ਸ਼ਕਤੀ ਖਾਲਸੇ ਨੂੰ ਬਖਸ਼ਣੀ ਹੈ। ਸੋ ਮੇਰੀ ਇਹ ਬੇਨਤੀ ਹੈ ਵੀ ਆਪਾਂ ਗੁਰੂ ਦਾ ਹੁਕਮ ਜਿਹੜਾ ਉਹ ਮੰਨੀਏ। ਅਸੀਂ ਮੁੜ ਕਹਿੰਦੇ ਹਾਂ, ਸਾਰੇ ਕਹੀ ਜਾਂਦੇ ਨੇ, ਸਾਰੇ ਕਹਿੰਦੇ ਵੀ ਅਸੀਂ ਮੰਨਦੇ ਹਾਂ ਗੁਰੂ ਸਾਡਾ ਪ੍ਰਗਟ ਗੁਰਾਂ ਕੀ ਦੇਹ ਹੈ। ਪਰ ਜੇ ਗੁਰੂ ਪ੍ਰਗਟ ਗੁਰਾਂ ਕੀ ਦੇਹ ਹੈ ਤੇ ਨੌਜਵਾਨੋਂ ਗੁਰੂ ਦਾ ਪਹਿਰਾ ਲਾਉਣਾ ਸਿੱਖੋ। ਗੁਰੂ ਦੇ ਚਾਕਰ ਬਣਨਾ ਹੈ, ਅਸੀਂ ਗੁਰੂ ਦੇ ਦਰ ਦੇ ਕੂਕਰ ਬਣਨਾ ਹੈ।
ਜਿਹੜਾ ਕੂਕਰ ਹੈ, ਜਿਹੜਾ ਕੁੱਤਾ ਹੈ, ਉਹਦੀ ਇੱਕ ਬੜੀ ਖਾਸੀਅਤ ਹੈ ਵੀ ਉਹਨੂੰ ਰੋਟੀ ਵੀ ਨਾ ਮਿਲੇ ਤਾਂ ਵੀ ਮਾਲਕ ਦਾ ਵਫਾਦਾਰ ਰਹਿੰਦਾ ਹੈ। ਉਹ ਭੁੱਖਾ ਮਰ ਜਾਵੇ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ। ਤੇ ਸਾਨੂੰ ਮਾੜੀ ਜੀ ਤੰਗੀ ਆਵੇ ਥੋੜੀ ਜੀ ਤੇ ਅਸੀਂ ਚੱਕ ਕੇ ਕਦੀ ਕਿਸੇ ਪਾਸਟਰ ਵੱਲ, ਕਦੀ ਕਿਸੇ ਦੇਹਧਾਰੀ ਡੇਰੇਦਾਰ ਵੱਲ, ਕਦੀ ਕਿਸੇ ਪਖੰਡੀ ਸਾਧ ਵੱਲ ਤੁਰ ਪੈਂਦੇ ਆ, ਕਦੀ ਕਿਸੇ ਨੂੰ ਮੱਥਾ ਟੇਕਣ ਤੁਰ ਪੈਂਦੇ, ਕਦੀ ਕਿਸੇ ਨੂੰ ਤੁਰ ਪੈਂਦੇ ਆ। ਸੋ ਅਸੀਂ ਆਪਣੀ ਬਿਰਤੀ ਉਸ ਕੂਕਰ ਵਰਗੀ ਬਣਾਉਣੀ ਹੈ ਜਿਹਨੂੰ ਰੋਟੀ ਨਾ ਮਿਲੇ, ਜਿਹੜਾ ਭੁੱਖਾ ਮਰ ਜਾਵੇ ਪਰ ਕਦੀ ਉਹਦੇ ਮਨ ਦੇ ਵਿੱਚ ਖਿਆਲ ਨਾ ਆਵੇ ਰੰਜ ਮਾਤਰ ਵੀ ਮੈਂ ਆਪਣੇ ਗੁਰੂ ਨੂੰ ਪਿੱਠ ਵਿਖਾ ਕੇ ਕਿਸੇ ਹੋਰ ਜਾਵਾਂ। ਸੋ ਗੁਰੂ ਦਾ ਹੁਕਮ ਕੀ ਹੈ? ਗੁਰੂ ਦਾ ਹੁਕਮ ਇਹ ਹੈ ਵੀ ਖੰਡੇਦਾਰ ਜਿਹੜਾ ਅੰਮ੍ਰਿਤ ਹੈ, ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹ ਛਕ ਕੇ ਤਿਆਰ ਬਰ ਤਿਆਰ ਹੋਣਾ ਹੈ। ਦੇਖੋ, ਜੇ ਕੋਈ ਪ੍ਰੀਖਿਆ ਦੇਣੀ ਹੈ, ਪ੍ਰੀਖਿਆ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਕਿ ਨਹੀਂ ਕਰਨੀ ਪੈਂਦੀ? ਜੇ ਕਰਨੀ ਪੈਂਦੀ ਹੈ ਤੇ ਫਿਰ ਅਸੀਂ ਕਿਹੜੇ ਇੰਤਜ਼ਾਰ 'ਚ ਬੈਠੇ ਹਾਂ? ਜੇ ਗੁਰੂ ਦਾ ਹੁਕਮ ਹੈ ਵੀ ਖੰਡੇਦਾਰ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ, ਸ਼ਸਤਰਧਾਰੀ ਹੋ ਕੇ, ਬਾਣੇ ਦੇ ਧਾਰਨੀ ਬਣ ਕੇ ਤਿਆਰ ਬਰ ਤਿਆਰ ਰਹਿਣਾ ਹੈ। ਕੋਈ ਐਸਾ ਸਮਾਂ ਆਵੇ, ਕਿਉਂਕਿ ਅੰਮ੍ਰਿਤ ਨੇ ਮੌਤ ਦਾ ਭੈ ਤੇ ਅੰਦਰੋਂ ਕੱਢ ਦੇਣਾ। ਅੰਮ੍ਰਿਤ ਦਾ ਅਰਥ ਹੀ ਅੰਮ੍ਰਿਤ ਹੈ। ਜਿਹੜਾ ਮ੍ਰਿਤ ਹੈ, ਮੁਰਦਾ ਹੈ, ਤੇ ਅੰਮ੍ਰਿਤ ਦਾ ਅਰਥ ਬਣ ਜਾਂਦਾ ਹੈ ਵੀ ਮੌਤ ਦੇ ਭੈ ਤੋਂ ਕੋਈ ਮੁਕਤ ਹੋ ਗਿਆ। ਸੋ ਜਦੋਂ ਮੌਤ ਦਾ ਭੈ ਤੋਂ ਮੁਕਤ ਹੋ ਗਿਆ, ਇਹ ਨਹੀਂ ਕਈ ਕਹਿੰਦੇ ਤੁਸੀਂ ਨੌਜਵਾਨ ਮਰਾ ਦੇਣੇ ਜੀ, ਮੈਂ ਕੋ ਹੱਥ 'ਚ ਦਾਤਰ ਫੜਿਆ ਮੈਂ ਢੋਣਾ ਲਾਉਂਦਾ ਫਿਰਦਾ। ਮੈਂ ਸਿੱਧੀ ਗੱਲ ਕਹੀ ਹੈ, ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ। ਬਾਣੀ ਦਾ ਬਚਨ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਇਹ ਦੱਸੋ ਕਿੰਨੇ ਕਿਹਾ ਮੌਤ ਦੇ ਭੈ ਤੋਂ ਮੁਕਤ ਹੋ? ਮੈਂ ਤੇ ਨਹੀਂ ਕਿਹਾ, ਗੁਰੂ ਦਾ ਹੁਕਮ ਹੈ। ਗੁਰੂ ਸਾਹਿਬ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਜੇ ਗੁਰੂ ਦਾ ਹੁਕਮ ਹੈ ਵੀ ਮੌਤ ਦੇ ਭੈ ਤੋਂ ਮੁਕਤ ਹੋਣਾ, ਤੇ ਜੇ ਕੋਈ ਸੰਘਰਸ਼ ਲੜਨ ਵਾਲਾ ਮਨੁੱਖ ਹੈ, ਜੇ ਕਿਸੇ ਨੇ ਵੀ ਸੰਘਰਸ਼ ਲੜਨਾ ਹੈ, ਜੇ ਉਹਦੇ ਅੰਦਰ ਕਿਸੇ ਕਿਸਮ ਦਾ ਭੈ ਹੈ, ਉਹ ਕਿਵੇਂ ਸੰਘਰਸ਼ ਲੜੂਗਾ? ਤੁਹਾਨੂੰ ਜੀਵਨ ਦੇ ਵਿੱਚ ਸਾਨੂੰ ਭੈ ਤੋਂ ਮੁਕਤ ਹੋਣਾ ਸਭ ਤੋਂ ਜ਼ਰੂਰੀ ਹੈ। ਜੇ ਭੈ ਤੋਂ ਮੁਕਤ ਹੋਏ, ਕੱਲ ਨੂੰ ਕੌਮ ਦੇ ਲਈ ਸਿਰ ਵਾਰਨਾ ਪਿਆ ਤਾਂ ਹੀ ਵਾਰ ਸਕਾਂਗੇ। ਤੇ ਜੇ ਮਨ 'ਚ ਕੋਈ ਭੈ ਹੋਇਆ, ਜੇ ਮਨ 'ਚ ਕੋਈ ਸ਼ੰਕਾ ਹੋਇਆ, ਜੇ ਮਨ 'ਚ ਗੁਰੂ ਦਾ ਹੁਕਮ ਨਾ ਮੰਨਣ ਦਾ ਕੋਈ ਸ਼ੰਕਾ ਹੋਇਆ, ਤੇ ਫਿਰ ਤੁਸੀਂ ਦੇਖਿਓ ਵੀ ਅਸੀਂ ਮੌਕੇ ਦੇ ਉੱਤੇ ਡੋਲ ਜਾਣਾ। ਗੁਰੂ ਸਾਹਿਬ ਅੱਗੇ ਅਰਦਾਸ ਇਹ ਹੋਣੀ ਚਾਹੀਦੀ ਹੈ ਵੀ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰ ਡੋਲਣ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨੂੰ ਰੱਖਣਾ ਹੈ ਜਿਹੜਾ ਉਹਦੇ ਹੁਕਮ 'ਚ ਚੱਲਦਾ ਹੈ। ਹੁਕਮ ਤੋਂ ਬਾਹਰੀ ਜਿਹੜਾ ਉਹਦੇ ਤੋਂ ਹੁੰਦਾ ਹੈ, ਉਹਦੀ ਤਬਾਹੀ ਤੈਅ ਹੈ। ਸੋ ਨੌਜਵਾਨੋ, ਗੁਰੂ ਦਾ ਹੁਕਮ ਹੈ। ਕੇਸਾਂ ਦੀ ਇੰਨੀ ਮਹੱਤਤਾ ਹੈ, ਕੇਸਾਂ ਦੀ ਮਹੱਤਤਾ ਦੇ ਉੱਤੇ ਅੱਗੇ ਮੈਂ ਅੱਜ ਵੀ ਬੋਲ ਕੇ ਆਇਆ ਸੀ, ਮੈਂ ਦੁਬਾਰਾ ਸੁਣਾ ਦਿੰਦਾ ਵੀ ਜਦੋਂ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਸੈਂਕੜੇ ਸਿੱਖ ਜਿਹੜੇ ਸੀ ਉਹ ਮੈਦਾਨ ਜੰਗ ਦੇ ਵਿੱਚ ਸ਼ਹੀਦੀਆਂ ਪਾ ਕੇ ਤੇ ਸੌਂ ਗਏ। ਉਹਨਾਂ ਦੀਆਂ ਲੋਥਾਂ ਮੈਦਾਨ ਜੰਗ 'ਚ ਪਈਆਂ ਸੀ। ਸਤਿਗੁਰ ਸੱਚੇ ਪਾਤਸ਼ਾਹ ਕਿਲੇ ਤੋਂ ਬਾਹਰ ਨਿਕਲੇ ਤੇ ਆਪਣਾ ਜੋੜਾ ਉੱਥੇ ਹੀ ਛੱਡ ਦਿੱਤਾ। ਭਾਈ ਦਇਆ ਸਿੰਘ, ਪਿਆਰੇ ਭਾਈ ਦਇਆ ਸਿੰਘ ਨੇ ਕਿਹਾ ਵੀ ਸਤਿਗੁਰ ਸੱਚੇ ਪਾਤਸ਼ਾਹ ਮੈਦਾਨੇ ਜੰਗ 'ਚ ਤੇਗਾਂ ਪਈਆਂ ਨੇ ਤਿੱਖੀਆਂ, ਤੇਗਾਂ ਨੂੰ ਜ਼ਹਿਰ ਦੀ ਪਾਣ ਚੜੀ ਹੈ, ਕੰਡਿਆਂ ਵਾਲਾ ਰਾਹ ਹੈ, ਬਿਖੜਾ ਪੈਂਦਾ ਹੈ, ਕਿਰਪਾ ਕਰਕੇ ਜੋੜਾ ਪਹਿਨ ਲਓ, ਪੈਰ 'ਚ ਕੁਛ ਵੱਜ ਜੂ। ਗੁਰੂ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਲਗੀਧਰ ਪਾਤਸ਼ਾਹ ਵੀ ਦਇਆ ਸਿੰਘ ਜੀ, ਇਹ ਜਿਹੜੇ ਸਿੱਖ ਸੁੱਤੇ ਪਏ ਨੇ, ਜਿਨ੍ਹਾਂ ਸ਼ਹਾਦਤਾਂ ਦਿੱਤੀਆਂ ਨੇ ਧਰਮ ਦੀ ਖਾਤਰ, ਕਿਸੇ ਦੇ ਕੇਸ ਖੁੱਲੇ ਨੇ, ਕਿਸੇ ਦਾ ਸ਼ਸਤਰ ਪਿਆ ਹੈ, ਜੇ ਕਿਤੇ ਮੇਰਾ ਜੋੜਾ ਕਿਸੇ ਦੇ ਕੇਸਾਂ ਨੂੰ ਲੱਗ ਗਿਆ, ਕਿਸੇ ਦੇ ਸ਼ਸਤਰਾਂ ਨੂੰ ਲੱਗ ਗਿਆ, ਤੇ ਮੈਂ ਕਿੱਥੇ ਲੇਖਾ ਦੇਵਾਂਗਾ। ਸੋ ਅਕਾਲ ਪੁਰਖ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਉਹ ਕੇਸਾਂ ਦਾ ਇੰਨਾ ਸਤਿਕਾਰ ਕਰਦੇ ਨੇ, ਤੇ ਅਸੀਂ ਜਾ ਕੇ ਨਾਈ ਦੇ ਅੱਗੇ ਬੈਠ ਜਾਂਦੇ ਹਾਂ ਤੇ ਉਹ ਆਪਣੀਆਂ ਕੈਂਚੀਆਂ ਦੇ ਮਸ਼ੀਨਾਂ ਕੇਸਾਂ ਤੇ ਚਲਾਉਂਦਾ ਹੈ। ਤੇ ਜਦੋਂ ਉਹ ਚਲਾਉਂਦਾ, ਤੁਸੀਂ ਇਹ ਸੋਚੋ ਵੀ ਉਸ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਆਪਣੇ ਜੋੜੇ ਲਾ ਕੇ ਤੇ ਨੰਗੇ ਪੈਰ ਮਾਚੀਵੜ ਦੇ ਜੰਗਲਾਂ ਨੂੰ ਜਾ ਤੁਰੇ ਸੀ, ਉਹਨਾਂ ਦੇ ਉੱਤੇ ਇਹ ਕੀ ਮਹਿਸੂਸ ਕਰਦੇ ਹੋਣਗੇ ਵੀ ਜਿਨ੍ਹਾਂ ਸਿੱਖਾਂ ਨੂੰ ਮੈਂ ਗੱਲ ਕਹੀ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਜਿਨ੍ਹਾਂ ਨੂੰ ਕਹੀ ਹੈ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ, ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ, ਉਹਨਾਂ ਸਿੱਖਾਂ ਦੇ ਚਿਹਰੇ ਮੋਰੇ ਵੇਖ ਕੇ ਗੁਰੂ ਸਾਹਿਬ ਇਹ ਕੀ ਸੋਚਦੇ ਹੋਣਗੇ। ਪਰ ਗੁਰੂ ਨੂੰ ਕਿਸੇ ਗੱਲ ਦਾ ਘਾਟਾ ਨਹੀਂ, ਖਵਾਰੀ ਸਾਨੂੰ ਚੱਲਣੀ ਪੈਣੀ ਹੈ। ਗੁਰੂ ਲੱਖਾਂ ਖਾਲਸੇ ਪੈਦਾ ਕਰਨ ਦੇ ਸਮਰੱਥ ਹੈ, ਲੱਖਾਂ ਖਾਲਸੇ ਖਤਮ ਕਰਨ ਦੇ ਸਮਰੱਥ ਹੈ। ਪਰ ਜੇ ਅਸੀਂ ਉਹਨੂੰ ਪਿਆਰੇ ਲੱਗਦੇ ਹਾਂ ਤੇ ਪਿਆਰੇ ਰਹਿਤ ਕਰਕੇ ਲੱਗਦੇ ਹਾਂ, ਕੇਵਲ ਸਿੱਖ ਹੋਣ ਕਰਕੇ ਕੋਈ ਪਿਆਰੇ ਨਹੀਂ। ਸਿੱਖਾਂ ਦੇ ਘਰ ਜੰਮ ਕੇ ਪਿਆਰਾ ਨਹੀਂ ਬਣਿਆ ਜਾ ਸਕਦਾ। ਸਿੱਖਾਂ ਦੇ ਘਰ ਜੰਮਣਾ ਬੜੇ ਸੁਭਾਗ ਦੀ ਗੱਲ ਹੈ। ਸਿੱਖਾਂ ਦੇ ਘਰ ਜੰਮ ਕੇ ਗੁਰੂ ਦਾ ਪਿਆਰਾ ਤਾਂ ਬਣਿਆ ਜਾ ਸਕਦਾ ਜੇ ਗੁਰੂ ਦੇ ਹੁਕਮ 'ਚ ਚੱਲੀਏ। ਜਿੱਦਣ ਗੁਰੂ ਦੇ ਹੁਕਮ 'ਚ ਚੱਲਣਾ ਸਿੱਖ ਗਏ, ਉਸ ਤੋਂ ਬਾਅਦ ਦੁਨੀਆ ਦੀ ਕੋਈ ਤਾਕਤ, ਦਿੱਲੀ ਹਕੂਮਤ ਛੱਡੋ, ਸੰਸਾਰ ਦੀ ਕੋਈ ਤਾਕਤ, ਬ੍ਰਹਮੰਡ ਦੀਆਂ ਫੌਜਾਂ ਇਕੱਠੀਆਂ ਹੋ ਕੇ ਆ ਜਾਣ, ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਸਕਦੀਆਂ। ਪਰ ਜੇ ਗੁਰੂ ਦੇ ਹੁਕਮਾਂ ਤੋਂ ਆਕੀ ਹੋ ਗਏ, ਗੁਰੂ ਦੇ ਹੁਕਮਾਂ ਤੋਂ ਬਾਗੀ ਹੋ ਕੇ ਤੁਰਨਾ ਸ਼ੁਰੂ ਕੀਤਾ, ਤੇ ਆਪ ਹੀ ਮਰ ਜਾਵਾਂਗੇ। ਕਿਸੇ ਦੇ ਮਾਰਨ ਦੀ ਲੋੜ ਨਹੀਂ। ਮਰ ਰਹੇ ਆ ਨਾ ਨਸ਼ਿਆਂ ਦੇ ਨਾਲ। ਕਿਹੜੇ ਕਿਹੜੇ ਨੌਜਵਾਨ ਨੇ ਕੰਧਾਂ ਜਿੱਡੇ, ਜਿਹੜੇ ਨਿੱਕੀ ਜਿਹੀ ਨਾੜ 'ਚ ਸੂਈ ਲੱਗੀ ਹੁੰਦੀ ਹੈ, ਮਰ ਜਾਂਦੇ ਨੇ। ਕਿਉਂ ਮਰਦੇ ਆ? ਕਿਉਂਕਿ ਗੁਰੂ ਦੇ ਹੁਕਮਾਂ ਤੋਂ ਆਕੀ ਹੋਏ ਆ। ਸੋ ਇੰਨੀਆਂ ਕੁ ਬੇਨਤੀਆਂ ਮੈਂ ਕਰਨੀ।
ਤੇ ਜੇ ਕੋਈ ਅੱਜ ਪੁੱਛਦਾ ਹੈ ਤਾਂ ਉਹਨਾਂ ਨੂੰ ਮੈਂ ਜਵਾਬ ਦਿੰਨਾ ਹੈ ਵੀ ਤੁਸੀਂ ਆਪਣਾ ਪੈਗੰਬਰ ਦਿਖਾਓ ਕਿੱਥੇ ਆ। ਸਾਡਾ ਗੁਰੂ ਅੱਜ ਵੀ ਸਾਡੇ 'ਚ ਬਿਰਾਜਮਾਨ ਹੈ, ਇਹ ਤਖਤ ਤੇ ਬੈਠਾ ਹੈ। ਸਾਡਾ ਗੁਰੂ ਅੱਜ ਵੀ ਮਾਲਕ ਹੈ, ਦੋ ਜਹਾਨ ਦਾ ਵਾਲੀ ਹੈ। ਸੋ ਇਸ ਕਰਕੇ ਜੇ ਸਿੱਖਾਂ ਨੂੰ ਕੋਈ ਇਹੋ ਜਿਹੇ ਸਵਾਲ ਪੁੱਛਣ ਦੀ ਜ਼ਰੂਰਤ ਰੱਖਦੇ ਜੋ, ਤੇ ਫਿਰ ਸਾਡੇ ਸਵਾਲ ਜਿਹੜਾ ਜਵਾਬ ਅਸੀਂ ਦੇਣੇ ਆ ਉਹ ਸੁਣਨ ਦਾ ਮਾਦਾ ਵੀ ਰੱਖਿਆ ਕਰੋ, ਕਿਉਂਕਿ ਜਦੋਂ ਅਸੀਂ ਜਵਾਬ ਦਿੰਦੇ ਆ ਫਿਰ ਤੁਸੀਂ ਪਰਚੇ ਕਰਾਉਣ ਤੁਰ ਪੈਂਦੇ ਜੋ। ਤੇ ਪਰਚਿਆਂ ਦੇ ਮੁਤਲਕ ਮੈਂ ਇੱਕ ਗੱਲ ਕਹਿ ਦਿਆਂ, ਅਸੀਂ ਨਾ ਤੇ ਪਰਚਿਆਂ ਤੋਂ ਡਰਦੇ ਆ ਤੇ ਨਾ ਹਕੂਮਤਾਂ ਤੋਂ ਡਰਦੇ ਆ। ਜੇ ਸੱਚ ਬੋਲਣ ਲਈ ਪਰਚੇ ਹੁੰਦੇ ਆ ਤੇ ਉਹ ਵੀ ਹੱਸ ਕੇ ਜਰਾਂਗੇ, ਜੇ ਸੱਚ ਬੋਲਣ ਲਈ ਬੰਦ ਕੱਟਿਆ ਜਾਂਦਾ ਉਹ ਵੀ ਕਟਾਵਾਂਗੇ। ਸੱਚ ਬੋਲਣ ਲਈ ਜੇ ਫਾਹੇ ਟੰਗਣਾ ਤੇ ਉਹ ਵੀ ਟੰਗ ਦਿਓ। ਇਹ ਕੋਈ ਪਹਿਲੀ ਵਾਰ ਸਿੱਖਾਂ ਨਾਲ ਨਹੀਂ ਹੋ ਰਿਹਾ, ਸਮੇਂ ਦੀ ਹਕੂਮਤ ਨੇ ਸੱਚ ਬੋਲਣ ਵਾਲੇ ਲੋਕਾਂ ਨੇ ਕੁਝ ਕੀਤਾ। ਸੋ ਮੇਰੀ ਉਹਨਾਂ ਧਿਰਾਂ ਨੂੰ ਬੇਨਤੀ ਆ ਜਿਹੜੇ ਸਹਿਰਦ ਬੰਦੇ ਨੇ ਕੁਝ ਈਸਾਈਆਂ ਦੇ, ਵੀ ਆਪਣੇ ਬੰਦਿਆਂ ਨੂੰ ਨੱਥ ਪਾਓ। ਜੇ ਤੁਸੀਂ ਨੱਥ ਨਹੀਂ ਪਾਉਂਦੇ, ਜੇ ਉਹ ਤੁਹਾਡੀ ਨਹੀਂ ਸੁਣਦੇ ਫਿਰ ਸਾਨੂੰ ਦੱਸ ਦਿਓ, ਅਸੀਂ ਪਾ ਲਵਾਂਗੇ। ਪਰ ਇਹ ਗੱਲਾਂ ਬਾਰ-ਬਾਰ ਨਾ ਕਹੋ ਵੀ ਜੇ ਤੁਸੀਂ ਸਾਡੇ ਗੁਰੂਆਂ ਨੂੰ ਸ਼ੈਤਾਨ ਆਖਣਾ ਹੈ, ਗੁਰੂਆਂ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਆਖਣਾ ਹੈ, ਤੇ ਗੁਰੂ ਘਰ ਦੇ ਪ੍ਰਸ਼ਾਦ ਨੂੰ ਸਿੱਖਾਂ ਨੂੰ ਇਹ ਕਹਿ ਕੇ ਲੈਣ ਤੋਂ ਰੋਕਣਾ ਹੈ ਵੀ ਇਹ ਸ਼ੈਤਾਨ ਦਾ ਪ੍ਰਸ਼ਾਦ, ਇਹਨੂੰ ਭੋਗ ਲੱਗਾ ਹੈ, ਤੁਸੀਂ ਇਹ ਨਹੀਂ ਛਕਣਾ, ਲੰਗਰ ਨਹੀਂ ਛਕਣਾ। ਤੇ ਫਿਰ ਜਿਹੜੇ ਸਾਡੇ ਜਵਾਬ ਨੇ ਫਿਰ ਅਸੀਂ ਪਰਤਾਂ ਖੋਲਾਂਗੇ, ਤੁਹਾਨੂੰ ਚੰਗੀਆਂ ਨਹੀਂ ਲਖਲਾਰਾ ਪਾਉਣਾ। ਪਰ ਸਾਡੀ ਮਜਬੂਰੀ ਬਣ ਜਾਂਦੀ ਹੈ, ਗੁਰੂ ਦਾ ਨਰਾਦਰ ਅਸੀਂ ਸੁਣ ਕੇ ਜਰ ਨਹੀਂ ਸਕਦੇ। ਕੋਈ ਜਰ ਜਾਂਦਾ ਹੋਵੇ ਉਹਦੀ ਮੁਸ਼ਕਲ ਹੈ, ਸਾਡੇ ਕੋਲੋਂ ਇਹ ਔਖਾ ਹੈ। ਨੌਜਵਾਨਾਂ ਨੂੰ ਮੈਂ ਅਪੀਲ ਕਰਨੀ ਹੈ ਵੀ ਨੌਜਵਾਨੋ, ਕੌਮ ਦੇ ਉੱਤੇ ਬਹੁਤ ਭਾਰੀ ਵਿਪਤਾ ਪਈ ਹੈ ਤੇ ਪੈਣ ਵਾਲੀ ਹੈ। ਸਮੇਂ ਦੇ ਨਾਲ ਇਹ ਵਿਪਤਾ ਹੋਰ ਗੰਭੀਰ ਹੋਣੀ ਹੈ। ਸਮੇਂ ਦੇ ਨਾਲ ਸਾਡੇ ਤੇ ਹਕੂਮਤ ਦਾ ਤਸ਼ੱਦਦ ਵਧਣਾ ਹੈ। ਸਮੇਂ ਦੇ ਨਾਲ ਸਾਡੀ ਪ੍ਰੀਖਿਆ ਜਿਹੜੀ ਹੈ ਮਹਾਰਾਜ ਹੀ ਲੈ ਰਹੇ ਨੇ, ਪ੍ਰੀਖਿਆ ਹੋਰ ਕੋਈ ਨਹੀਂ ਲੈ ਸਕਦਾ। ਪਰ ਪ੍ਰੀਖਿਆ ਮਹਾਰਾਜ ਇਸ ਕਰਕੇ ਲੈ ਰਹੇ ਨੇ, ਗੁਰੂ ਸਾਹਿਬ ਦਾ ਬਚਨ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਹੈ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਦੋਂ ਅਸੀਂ ਵਿਪਰ ਦੀ ਰੀਤ ਤੁਰੇ ਆ, ਸਤਿਗੁਰ ਸੱਚੇ ਪਾਤਸ਼ਾਹ ਨੇ ਪਿੱਠ ਕਰ ਲਈ ਹੈ ਸਾਡੇ ਵੱਲ, ਮੁਖ ਫੇਰ ਲਿਆ, ਉਦੋਂ ਤੋਂ ਖਵਾਰੀ ਚੱਲਣ ਡਏ ਆ। ਸੋ ਜਿਹੜੀ ਖਵਾਰੀ ਹੈ ਇਹ ਦੂਰ ਕਿਵੇਂ ਹੋਣੀ ਹੈ? ਪ੍ਰੀਖਿਆ ਚੋਂ ਲੰਘ ਕੇ। ਪ੍ਰੀਖਿਆ ਬਹੁਤ ਸਖਤ ਹੈ, ਇੱਥੇ ਸਾਨੂੰ ਤਸ਼ੱਦਦ ਵੀ ਝੱਲਣੇ ਪੈਣੇ ਨੇ, ਜੇਲ੍ਹਾਂ ਵੀ ਝੱਲਣੀਆਂ ਪੈਣੀਆਂ ਨੇ, ਸਾਡੇ ਮੁਕਾਬਲੇ ਵੀ ਬਣ ਸਕਦੇ ਨੇ, ਸਾਨੂੰ ਸਾਡਾ ਬੰਦ ਵੀ ਕੱਟਿਆ ਜਾ ਸਕਦਾ ਹੈ, ਸਾਡੇ ਨਾਲ ਬਹੁਤ ਕੁਝ ਹੋਣਾ ਹੈ। ਪਰ ਇਹ ਪ੍ਰੀਖਿਆ ਜੇ ਅਸੀਂ ਧਰਮ ਦੇ ਲੜ ਲੱਗ ਕੇ, ਗੁਰੂ ਦੇ ਲੜ ਲੱਗ ਕੇ, ਜੇ ਇਸ ਕਠਿਨ ਪ੍ਰੀਖਿਆ ਦੇ ਵਿੱਚ ਵੀ ਅਸੀਂ ਗੁਰੂ ਦੇ ਲੜ ਲੱਗੇ ਰਹੇ, ਤਾਂ ਹੀ ਖਾਲਸੇ ਦਾ ਰਾਜ ਆਉਣਾ ਹੈ, ਤਾਂ ਹੀ ਗੁਰੂ ਨੇ ਜਿਹੜੀ ਨਿਗਾਹ ਸਵੱਲੀ ਕਰਨੀ ਹੈ। ਫਿਰ ਉਹਨੇ ਗੁਰੂ ਨੇ ਜਿਹੜਾ ਉਹ ਬਚਨ ਹੈ, ਖਾਲਸਾ ਮੇਰੋ ਰੂਪ ਹੈ ਖਾਸ,